ਇਹ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਹੈ ਜੀ ਕਰੋਨਾ ਦਾ ਕੀ ਰੋਣਾ। ਬੰਦਾ ਪੂਰਾ ਹੁੰਦਾ ਸ਼ਮਸ਼ਾਨ ਘਾਟ ਪਹੁੰਚਦਾ, ਉੱਪਰ ਚੱਦਰ ਪਹੁੰਚਦੀ, ਤਦ ਤੱਕ ਟੈਕਸ ਪਹੁੰਚਦਾ ਰਹਿੰਦਾ ਸਰਕਾਰ ਨੂੰ। ਸਰਕਾਰ ਸਾਡੇ ਲਈ ਕੁਝ ਨਹੀਂ ਸੋਚ ਰਹੀ। ਅਸੀਂ ਜੰਮਦੇ ਤੋਂ ਲੈ ਕੇ ਮਰਦੇ ਤੱਕ ਉਹਦੀ ਸਰਕਾਰ ਦੀ ਸੋਚਦੇ ਪਏ ਟੈਕਸ ਦੇ ਕੇ। ਸਰਕਾਰ ਤਾਂ ਜਿਹੋ ਜੀ ਹੈ ਹੀ ਹੈ, ਜਨਤਾ ਵੀ ਬੜੀ ਬੇਵਕੂਫ ਹੈ ਜੀ। ਜਨਤਾ ਨੂੰ ਪਤਾ ਹੀ ਨਹੀਂ ਹੈ ਕਿ ਸਰਕਾਰ ਤੋਂ ਕਿੱਦਾਂ ਚੀਜ਼ਾਂ ਮਨਵਾਈ ਜਾਣੀਆਂ। ਅਮਰੀਕਾ ਦੇ ਵਿੱਚ ਲਾਕਡਾਊਨ ਕਿੰਨੀ ਰੇਲੀ ਲੱਗਿਆ, ਜਨਤਾ ਸਾਹਮਣੇ ਆਈ ਤਾਂ ਹੀ ਸਰਕਾਰ ਨੇ ਘਟਾਇਆ ਨਾ ਜੀ ਟਾਈਮ ਉਹਨਾਂ ਦਾ ਵੀ। ਕੁਛ ਵੀ ਨਹੀਂ ਲਾਕਡਾਊਨ ਲੱਗਿਆ। ਹਾਂ, ਜਨਤਾ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ, ਮਗਰ ਕਾਨੂੰਨ ਕਿਸ ਹਿਸਾਬ ਨਾਲ ਬਣਾਇਆ ਜਾ ਰਿਹਾ ਕੋਈ ਹਿਸਾਬ ਕਿਤਾਬ ਨਹੀਂ ਹੈ। ਸਾਨੂੰ ਪਤਾ ਸੀ ਵੀ ਯਾਰ ਹੁਣ ਚਲੋ ਬਿਮਾਰੀ ਚੱਲ ਰਹੀ ਹੈ ਕੋਈ ਗੱਲ ਨਹੀਂ, ਮਗਰ 1 ਸਾਲ ਹੋ ਚੁੱਕਾ ਹਾਲੇ ਤੱਕ ਕੋਈ ਰਿਸਪੌਂਸ ਨਹੀਂ। ਸਟੇਬਲ ਜਮਾ ਨਹੀਂ ਹੋਏ, ਕੋਈ ਜਮਾ ਸਟੇਬਲ ਨਹੀਂ ਹੋਏ। ਉਸ ਤੋਂ ਇਲਾਵਾ ਕੋਈ ਜਨਤਾ ਲਈ ਕੋਈ ਸੋਚ ਨਹੀਂ ਹੈਗੀ। ਸਿਰਫ ਇਹੀ ਆ ਵੀ ਤੁਸੀਂ ਲਾਕਡਾਊਨ ਲਾ ਕੇ ਘਰੇ ਬਹਿ ਜਾਓ। ਉਸ ਤੋਂ ਬਾਅਦ ਆਵਾਜਾਈ ਇੰਨੀ ਕੁ ਜ਼ਿਆਦਾ ਖੁੱਲੀ ਆ ਵੀ ਲੋਕ ਮੰਡੀਰਾਂ ਬਣਾ ਕੇ ਚੌਂਕਾਂ 'ਚ ਖੜੇ ਨੇ। ਸੱਥਾਂ ਦਾ ਪਹਿਲਾਂ ਅਸੀਂ ਪਿੰਡਾਂ 'ਚ ਸੁਣਦੇ ਹੁੰਦੇ ਸੀ, ਹੁਣ ਹਰ ਇੱਕ ਮਹੱਲੇ ਦੇ ਚੌਂਕ 'ਚ ਸੱਥ ਬਣਨ ਲੱਗ ਗਈ ਆ। ਜਿਹੜੇ ਵਿਹਲੇ ਮੁੰਡੇ ਨੇ ਕੀ ਕਰਦੇ ਨੇ, ਚੌਂਕਾਂ ਜਾ ਕੇ ਖੜ ਕੇ ਗੱਪਾਂ ਛੱਪਾਂ ਮਾਰਨੀਆਂ, ਖੇਡਣ ਲੱਗ ਜਾਣਾ। ਉਹ ਖੇਡਣ ਨਾਲ ਕਿਹੜਾ ਕਰੋਨਾ ਮੁੱਕ ਜੂਗਾ, ਸਖਤੀ ਕਰਨ ਨਾਲ ਮੁੱਕੂਗਾ। ਪੰਜਾਬ ਸਰਕਾਰ ਇੰਨੀ ਸੁੱਤੀ ਪਈ ਆ, ਉਹਨੂੰ ਪਤਾ ਹੀ ਨਹੀਂ ਵੀ ਦਿਲੋਂ ਪੇਸ਼ੈਂਟ ਆਏ ਹੋਏ ਨੇ। ਜੇ ਆਪਾਂ ਦੁਕਾਨ ਦੇ ਸ਼ਟਰ ਬੰਦ ਕਰਕੇ ਬਾਹਰ ਜਾ ਕੇ 4 ਬੰਦੇ ਨਾਲ ਖੜ ਗਏ, ਉਹ 4 ਬੰਦੇ ਕੇ 4 ਬੰਦੇ ਨੇ ਮਿਲ ਲਏ, ਤਾਂ 8 ਜਾਂ 16 ਬੰਦੇ 20 ਬੰਦੇ ਮਿਲਦੇ, ਰੋਜ਼ ਕੀ ਫਰਕ ਪੈ ਗਿਆ ਜੀ। ਪਿਛਲੇ ਸਾਲ ਲੰਗਰ ਲੱਗੇ ਸੀ, ਜਿਹੜੇ ਗਰੀਬ ਸੀ ਸਭ ਖਾਂਦੇ ਸੀਗੇ। ਹੁਣ ਉਹ ਗਰੀਬ ਕਿੱਥੇ ਜਾਣਗੇ? 2 ਘੰਟੇ ਕੀ ਕਰਾਂਗੇ ਕੀ ਨਹੀਂ ਕਰਾਂਗੇ, ਸਮਝ ਤੋਂ ਬਾਹਰ ਹੈ। ਗੌਰਮੈਂਟ ਕੀ ਸੋਚਦੀ ਹੈ ਪਬਲਿਕ ਬਾਰੇ, ਤੇ ਹੈਰਾਨਗੀ ਵਾਲੀ ਗੱਲ ਹੈ। ਇਹਨੂੰ ਦੇਖ ਕੇ ਕਿਸੇ ਤਾਂ ਆਪ ਦੁਖੀ ਆ। ਸਾਡੀ ਗੱਲ ਛੱਡੋ ਜੀ, ਢਾਬੇ ਵਾਲੇ ਦਾ ਕੀ ਹਾਲ ਹੋਏਗਾ ਸੋਚੋ। 12-1 ਵਜੇ ਖਾਣਾ ਲੋਕੀ ਮਾੜਾ ਮੋਟਾ ਖਾਂਦੇ ਆ, ਤੇ ਕਦੋਂ ਖਾਣਾ ਬਣਾਉਣਗੇ ਕਦੋਂ ਵੇਚਣਗੇ। 12 ਵਜੇ ਬੰਦ ਕਰਨਗੇ ਤੇ ਕੀ ਵੇਚਣਗੇ ਉਹ। ਸਾਡੇ ਤੋਂ ਵੀ ਉਹ ਜ਼ਿਆਦਾ ਦੁਖੀ ਹੈਗੇ, ਪਬਲਿਕ ਸਾਰੀ ਦੁਖੀ ਹੈ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਜਿਵੇਂ ਤੁਸੀਂ ਜਾਣਦੇ ਹੋ ਕਿ ਬੰਦਿਸ਼ਾਂ ਲਗਾਈਆਂ ਗਈਆਂ ਨੇ, ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ ਕਿ ਸਵੇਰ ਦੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਦੁਕਾਨਾਂ ਖੋਲ੍ਹ ਸਕਦੀਆਂ ਨੇ। ਲੇਕਿਨ ਕੀ ਹੈ, ਜੋ ਵਪਾਰ ਕਰਦੇ ਨੇ ਵਪਾਰੀ ਨੇ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ। ਅਸੀਂ ਵਾਰ-ਵਾਰ ਤੁਹਾਡੇ ਸਾਹਮਣੇ ਅਲੱਗ-ਅਲੱਗ ਤਰ੍ਹਾਂ ਦੇ ਜੋ ਵਪਾਰ ਕਰਦੇ ਨੇ ਲੋਕ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਆ। ਤਾਂ ਇਸ ਵਾਰ ਇਲੈਕਟ੍ਰੋਨਿਕਸ ਜਿਹੜੇ ਡੀਲ ਕਰਦੇ ਨੇ, ਇਲੈਕਟ੍ਰੋਨਿਕਸ ਵਰਕ ਜਿਹੜੇ ਕਰਦੇ ਨੇ, ਜਾਂ ਜੋ ਚੀਜ਼ਾਂ ਤੁਸੀਂ ਵੇਚਦੇ ਨੇ ਇਲੈਕਟ੍ਰੋਨਿਕ, ਉਹਨਾਂ ਦਾ ਕੀ ਵਿਚਾਰ ਹੈ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ। ਸਰ, ਜਿਵੇਂ ਕਹਿੰਦੇ ਆ ਕਿ ਪਹਿਲਾਂ ਲਾਕਡਾਊਨ ਲੱਗਿਆ ਸੀਗਾ, ਉਸ ਵੇਲੇ ਬਹੁਤ ਘਾਟਾ ਜਾਣ ਕਿ ਸਿਆ ਵਾ, ਤੇ ਹੁਣ ਜਦੋਂ ਬੰਦਿਸ਼ਾਂ ਆਉਂਦੀਆਂ ਲੱਗੀਆਂ ਨੇ, ਕਿੰਨਾ ਕੁ ਨੁਕਸਾਨ ਹੋਇਆ ਵਾ ਹੁਣ ਤੱਕ? ਬੇਟਾ ਕਾਰੋਬਾਰੀ ਹੈ ਨਹੀਂ। ਸੁਣ ਲਓ ਮੇਰੀ ਗੱਲ, ਉਹਨਾਂ ਨੇ 5 ਤੋਂ 12 ਵਜੇ ਤੱਕ ਕਰਤਾ, ਮਗਰ ਅਸੀਂ 9, 9:30, 10 ਵਜੇ ਆਉਂਦੇ ਹਾਂ। 2 ਘੰਟੇ ਕੀ ਕਰਾਂਗੇ ਕੀ ਨਹੀਂ ਕਰਾਂਗੇ, ਸਮਝ ਤੋਂ ਬਾਹਰ ਹੈ। ਗੌਰਮੈਂਟ ਕੀ ਸੋਚਦੀ ਹੈ ਪਬਲਿਕ ਬਾਰੇ, ਤੇ ਹੈਰਾਨਗੀ ਵਾਲੀ ਗੱਲ ਹੈ। ਇਹਨੂੰ ਦੇਖ ਕੇ ਕਿਸੇ ਤਾਂ ਆਪ ਦੁਖੀ ਆ। ਗੱਲ ਕੀਤੀ ਜਾਵੇ ਜਿਵੇਂ ਪਿਛਲਾ ਲਾਕਡਾਊਨ ਸੀਗਾ, ਤਾਂ ਉਸ ਵੇਲੇ ਤਾਂ ਸਿੱਧਾ ਹੀ ਹੋ ਗਿਆ ਸੀ ਨਾ ਵੀ 24 ਘੰਟੇ ਦੇ ਵਿੱਚ ਮਸਾਂ ਹੀ ਕਿਤੇ ਕੋਈ ਇੱਕ ਦੀ ਦੁਕਾਨ ਖੁੱਲੀ ਹੋਵੇ, ਕਦੇ ਵਿੱਚ ਵਿਚਾਲ ਕੋਈ ਖੁੱਲੀ ਹੋਵੇ, ਫਿਰ ਵੀ ਸੀਗਾ। ਲੇਕਿਨ ਹੁਣ ਉਹ ਕਹਿੰਦੇ ਵੀ 2-3 ਘੰਟੇ ਵੀ ਤੁਸੀਂ ਖੋਲਿਆ, ਫਿਰ ਵੀ ਮਾੜਾ ਮੋਟਾ ਕੁਝ ਤਾਂ ਹੁੰਦਾ ਹੋਊਗਾ, ਜਿਹੜੀ ਅਰਨਿੰਗ ਹੁੰਦੀ ਹੋਊਗੀ। ਤੁਸੀਂ ਸਾਡੀ ਗੱਲ ਛੱਡੋ ਜੀ, ਢਾਬੇ ਵਾਲੇ ਦਾ ਕੀ ਹਾਲ ਹੋਏਗਾ ਸੋਚੋ। 12-1 ਵਜੇ ਖਾਣਾ ਲੋਕੀ ਮਾੜਾ ਮੋਟਾ ਖਾਂਦੇ ਆ, ਤੇ ਕਦੋਂ ਖਾਣਾ ਬਣਾਉਣਗੇ ਕਦੋਂ ਵੇਚਣਗੇ। 12 ਵਜੇ ਬੰਦ ਕਰਨਗੇ ਤੇ ਕੀ ਵੇਚਣਗੇ ਉਹ। ਸਾਡੇ ਤੋਂ ਵੀ ਉਹ ਜ਼ਿਆਦਾ ਦੁਖੀ ਹੈਗੇ, ਪਬਲਿਕ ਸਾਰੀ ਦੁਖੀ ਹੈ। ਇਸ ਕਰਕੇ ਭਾਈ ਸਾਡਾ ਤਾਂ ਹੱਥ ਜੋੜ ਕੇ ਬੇਨਤੀ ਹੈ ਬਈ ਇਹਨੂੰ ਵਧਾਇਆ ਜਾਏ ਟਾਈਮ ਨੂੰ। 9 ਤੋਂ ਕਰ ਬੇਸ਼ੱਕ 4 ਵਜੇ ਤੱਕ, 5 ਵਜੇ ਤੱਕ ਕਰ ਦੇਣ। ਇਹ 5 ਵਜੇ ਦਾ ਤੁਕ ਸਮਝ ਹੀ ਨਹੀਂ ਆਈ। ਅੱਛਾ ਸਰ, ਤੁਸੀਂ ਕਹਿਣਾ ਚਾਹੋਗੇ ਕੀ ਲੱਗਦਾ ਵਾ ਵੀ ਇੰਨਾ ਲੋਸ ਦੇ ਝੱਲਣਾ ਵੀ ਪੈ ਰਿਹਾ ਵਾ ਇਲੈਕਟ੍ਰੋਨਿਕਸ ਜੋ ਵਰਕ ਤੋਂ ਡੀਲ ਕਰ ਤੁਸੀਂ ਸਾਰਾ, ਹੈ ਨਾ, ਤਾਂ ਕੀ ਰੀਜ਼ਨਸ ਰਹੇ ਨੇ? ਇਹ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਹੈ ਜੀ ਕਰੋਨਾ ਦਾ ਕੀ ਰੋਣਾ, ਸਭ ਤੋਂ ਪਹਿਲੀ ਗੱਲ। ਦੂਸਰੀ ਗੱਲ, ਸਰਕਾਰ ਤਾਂ ਜਿਹੋ ਜੀ ਹੈ ਹੀ ਹੈ, ਜਨਤਾ ਵੀ ਬੜੀ ਬੇਵਕੂਫ ਹੈ ਜੀ। ਜਨਤਾ ਨੂੰ ਪਤਾ ਹੀ ਨਹੀਂ ਹੈ ਕਿ ਸਰਕਾਰ ਤੋਂ ਕਿੱਦਾਂ ਚੀਜ਼ਾਂ ਮਨਵਾਈ ਜਾਣੀਆਂ। ਅਮਰੀਕਾ ਦੇ ਵਿੱਚ ਲਾਕਡਾਊਨ ਕਿੰਨੀ ਰੇਲੀ ਲੱਗਿਆ, ਜਨਤਾ ਸਾਹਮਣੇ ਆਈ ਤਾਂ ਹੀ ਸਰਕਾਰ ਨੇ ਘਟਾਇਆ ਨਾ ਜੀ ਟਾਈਮ ਉਹਨਾਂ ਦਾ ਵੀ। ਕੁਛ ਵੀ ਨਹੀਂ ਲਾਕਡਾਊਨ ਲੱਗਿਆ। ਹਾਂ, ਜਨਤਾ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਆ, ਮਗਰ ਕਾਨੂੰਨ ਕਿਸ ਹਿਸਾਬ ਨਾਲ ਬਣਾਇਆ ਜਾ ਰਿਹਾ ਕੋਈ ਹਿਸਾਬ ਕਿਤਾਬ ਨਹੀਂ ਆ। ਜੋ ਦਿਲ ਕਰਦਾ ਉਹ ਕਹਿ ਦਿੰਦਾ ਕਰ ਦਿਓ ਜੀ। ਪਹਿਲੀ ਗੱਲ, ਤੁਸੀਂ ਵਰਕਰ ਸ਼ਾਪ 'ਤੇ ਰੱਖਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਵਰਕਰ ਤੋਂ ਕੀ ਕੰਮ ਕਰਾਉਣਾ। ਸਰਕਾਰ ਨੂੰ ਪਤਾ, ਸਰਕਾਰ ਆਪਣੀ ਮਰਜ਼ੀ ਕਰ ਰਹੀ ਹੈ। ਅਸੀਂ ਸਰਕਾਰ ਨੂੰ ਆਪਣੀ ਤਨਖਾਹਾਂ, ਆਪਣੇ ਟੈਕਸ, ਬੱਚਾ ਜੰਮਦਾ, ਬੱਚਾ ਜਿਸ ਦਿਨ ਪੈਦਾ ਹੁੰਦਾ ਨਾ, ਉਸ ਦਿਨ ਤੋਂ ਅਸੀਂ ਹਸਪੀਟਲ ਦਾ ਟੈਕਸ ਦੇਣਾ ਸ਼ੁਰੂ ਕਰ ਦਿੰਦੇ ਹਾਂ। ਬੰਦਾ ਪੂਰਾ ਹੁੰਦਾ ਸ਼ਮਸ਼ਾਨ ਘਾਟ ਪਹੁੰਚਦਾ, ਉੱਪਰ ਚੱਦਰ ਪਹੁੰਚਦੀ, ਤਦ ਤੱਕ ਟੈਕਸ ਪਹੁੰਚਦਾ ਰਹਿੰਦਾ ਸਰਕਾਰ ਨੂੰ। ਸਰਕਾਰ ਸਾਡੇ ਲਈ ਕੁਝ ਨਹੀਂ ਸੋਚ ਰਹੀ। ਅਸੀਂ ਜੰਮਦੇ ਤੋਂ ਲੈ ਕੇ ਮਰਦੇ ਤੱਕ ਉਹਦੀ ਸਰਕਾਰ ਦੀ ਸੋਚਦੇ ਪਏ ਟੈਕਸ ਦੇ ਕੇ। ਸਾਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਉਸ ਚੀਜ਼ ਦਾ। ਸਾਨੂੰ ਤਾਂ ਉਲਟਾ ਤੇਲ ਰੋਜ਼ ਦੂਜੇ ਦਿਨ ਮਹਿੰਗਾ ਹੋ ਜਾਂਦਾ, ਸਿਲੰਡਰ ਮਹਿੰਗਾ, ਬਿਜਲੀ ਮਹਿੰਗੀ, ਖਰਚੇ ਪੂਰੇ ਨੇ। ਦੁਕਾਨ ਸ਼ਟਰ ਖੋਲ੍ਹਦਾ ਬਾਅਦ 'ਚ ਜੀ, ਖਰਚੇ ਪਹਿਲਾਂ ਪੈ ਜਾਂਦੇ ਆ। ਅਸੀਂ ਲਾਕਡਾਊਨ 'ਚ ਬੈਠੇ ਸੀ ਘਰੇ,
ਸਾਨੂੰ ਪਤਾ ਸੀ ਵੀ ਯਾਰ ਹੁਣ ਚਲੋ ਬਿਮਾਰੀ ਚੱਲ ਰਹੀ ਹੈ, ਕੋਈ ਗੱਲ ਨਹੀਂ, ਮਗਰ 1 ਸਾਲ ਹੋ ਚੁੱਕਾ, ਹਾਲੇ ਤੱਕ ਕੋਈ ਰਿਸਪੌਂਸ ਨਹੀਂ, ਸਟੇਬਲ ਜਮਾ ਨਹੀਂ ਹੋਏ, ਕੋਈ ਜਮਾ ਸਟੇਬਲ ਨਹੀਂ ਹੋਏ। ਉਸ ਤੋਂ ਇਲਾਵਾ ਕੋਈ ਜਨਤਾ ਲਈ ਕੋਈ ਸੋਚ ਨਹੀਂ ਹੈਗੀ, ਸਿਰਫ ਇਹੀ ਆ ਵੀ ਤੁਸੀਂ ਲੋਕਡਾਊਨ ਲਾ ਕੇ ਘਰੇ ਬਹਿ ਜਾਓ, 12 ਵਜੇ ਤੱਕ ਆਓ, ਕੀ ਕੰਮ ਕਰ ਲੋਗੇ ਤੁਸੀਂ? ਇੱਕ ਗੱਲ ਦੱਸੋ, 3 ਘੰਟੇ 4 ਘੰਟੇ ਤੁਸੀਂ ਆਪਾਂ ਕਹਿ ਦਿੰਦੇ 5 ਵਜੇ ਤੋਂ ਖੋਲਤਾ, ਕਿਹੜਾ ਦੁਕਾਨਦਾਰ 5 ਵਜੇ ਆ ਕੇ ਖੋਲ ਕੇ ਬਹਿ ਜਾਏ ਤਾਂ ਗਾਹਕ ਆ ਜਾਊਗਾ? ਤੁਸੀਂ ਇੱਕ ਗੱਲ ਦੱਸੋ, ਤੁਸੀਂ ਤਾਂ ਸਵੇਰੇ 5 ਵਜੇ ਉੱਠ ਕੇ ਮੇਰੇ ਕੋਲ ਸਮਾਨ ਲੈਣ ਆ ਜਾਓਗੇ? ਬਿਲਕੁਲ ਨਹੀਂ ਆਉਂਗੇ। ਮੈਂ ਹੁਣ ਜੇ ਸਪੋਜ਼ ਕਰੋ 8 ਵਜੇ ਦੁਕਾਨ ਖੋਲ ਲੈਣਾ, 8 ਵਜੇ ਦੁਕਾਨ ਖੋਲ ਕੇ ਬੈਠੂੰਗਾ 12 ਵਜੇ ਤੱਕ, ਮੈਂ ਘਰ ਦਾ ਸਮਾਨ ਲੈਣ ਕਿੰਨੇ ਵਜੇ ਕਿੱਥੇ ਜਾਊਂਗਾ? ਗੱਲ ਫੋਲੋ ਕਰਕੇ, ਮੈਂ ਸਮਾਨ ਲੈਣ ਕਿੰਨੇ ਵਜੇ ਜਾਊਂਗਾ ਤੇ ਮੈਂ ਕਦ ਤੱਕ ਦੁਕਾਨ ਅਟੈਂਡ ਕਰੂੰਗਾ, ਕਦ ਤੱਕ ਮੈਂ ਗਾਹਕ ਅਟੈਂਡ ਕਰੂੰਗਾ, ਕਦ ਤੱਕ ਮੈਂ ਪਰਚੀਆਂ ਬਣਾਵਾਂ, ਕੀ ਕਰਾਂ? ਹਾਲਾਂਕਿ ਕੰਮ ਵੀ ਹੈ ਨਹੀਂ, ਮੈਂ ਕਹਾਂ ਕਿ ਮੇਰੇ ਕੋਲ ਮਾਰੋ ਮਾਰ ਪਈ ਹੈ ਜੀ, ਮੇਰੇ ਕੋਲ ਟਾਈਮ ਹੈ ਨਹੀਂ, ਤਾਂ ਹੁਣ ਮੈਂ ਦੁਕਾਨ ਤੇ ਇਕੱਲਾ ਵਾਂ, ਮੈਂ ਛੱਡ ਕੇ ਜਾਊਂਗਾ, ਦੁਕਾਨ ਸੰਭਾਲੂੰਗਾ ਪਹਿਲਾਂ ਕਿ ਸਮਾਨ ਲੈਣ ਜਾਊਂਗਾ? ਘਰ ਦੇ ਕਹਿ ਦਿੰਦੇ ਕਰਿਆਨਾ ਲੈ ਆਓ, ਦੂਜੇ ਦਿਨ ਕੋਈ ਨਾ ਕੋਈ ਚੀਜ਼ ਘਰ ਦੀ ਖਤਮ ਹੋ ਹੀ ਰਹਿੰਦੀ ਹੈ ਜੀ, ਜੋ ਮਰਜ਼ੀ ਕਹਿ ਲਓ, ਠੀਕ ਹੈ। ਔਰ ਉਹ ਫ੍ਰੀ ਨਹੀਂ ਆਉਂਦੀ, ਉੱਤੇ ਵੀ ਅਸੀਂ ਟੈਕਸ ਦੇ ਕੇ ਸਮਾਨ ਲੈ ਕੇ ਆਉਂਦੇ ਹਾਂ। ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਸਾਨੂੰ ਕੋਈ ਛੂਟ ਨਹੀਂ ਮਿਲੀ ਅੱਜ ਤੱਕ। ਜਿਹੜੇ EMPLOYEES ਹੋਣਗੇ, EMPLOYEE ਤੁਸੀਂ ਰੱਖੇ ਹੋਣੇ, ਤਾਂ ਉਹਨਾਂ ਦੇ ਵੀ ਪੈਸੇ ਜਿਹੜੇ ਆ ਦੇਣੇ ਹੁੰਦੇ ਆ ਨਾ, ਤਾਂ ਉਹ ਕਿਵੇਂ ਕੀਤਾ ਜਾਂਦਾ ਫਿਰ ਮੁੜ ਕੇ, ਜਿਹੜਾ ਜਿੱਤੋਂ ਅਸੀਂ ਕਹਿੰਦੇ ਲਾਸ ਹੀ ਲਾਸ ਹੋ ਰਿਹਾ ਵਾ? ਦੇਖੋ ਜੀ, ਸਰਕਾਰ ਕਹਿੰਦੀ ਪਿਛਲੇ ਸਾਲ ਉਹਨਾਂ ਨੇ ਕਿਹਾ ਸੀ ਵੀ 50% ਤੁਹਾਨੂੰ ਤਨਖਾਹਾਂ ਪੱਕੀਆਂ ਦੇਣੀਆਂ ਪੈਣਗੀਆਂ। ਬੰਦੇ ਨੂੰ ਅਸੀਂ, ਸਾਡੇ ਕੋਲ 3 ਵਰਕਰ ਕੰਮ ਕਰਦੇ ਆ, ਤਿੰਨਾਂ ਨੂੰ ਅਸੀਂ ਤਕਰੀਬਨ 8-10 ਹਜ਼ਾਰ ਰੁਪਏ ਤਨਖਾਹ ਦਿੰਦੇ ਆ। ਉਹਨਾਂ ਦੇ ਤਾਂ ਉਹਨਾਂ ਸ਼ਡਿਊਲ ਬਣਿਆ ਹੋਇਆ, ਕੀ ਬਣਿਆ ਹੋਇਆ? ਸਾਈਕਲ ਤੇ ਅਗਲੇ ਆਉਣਾ, ਆਪਾਂ ਕੀ ਕਹੀਏ, ਉਹਦਾ ਤੇਲ ਦਾ ਖਰਚਾ ਬਚ ਗਿਆ, ਕੋਈ ਤੇਲ ਦਾ ਖਰਚਾ ਨਹੀਂ ਬਚਿਆ, ਘਰ ਦਾ ਕਿਰਾਇਆ ਬਚ ਗਿਆ, ਕੋਈ ਘਰ ਦਾ ਕਿਰਾਇਆ ਨਹੀਂ ਬਚਿਆ, ਕੋਈ ਸਬਜ਼ੀ ਦਾ ਕਿਰਾਇਆ ਬਚ ਗਿਆ, ਕੁਝ ਨਹੀਂ ਬਚਿਆ, ਕੁਝ ਨਹੀਂ ਬਚਿਆ। ਅਸੀਂ ਤਨਖਾਹਾਂ ਉਹਨਾਂ ਨੂੰ ਦੇਣੀਆਂ ਪਈਆਂ, ਕਿਉਂ? ਅਗਲਾ ਕਹਿੰਦਾ ਸਾਨੂੰ ਭਾਜੀ ਕਾਹਦੀ ਛੂਟ ਹੈ, ਸਾਨੂੰ ਕਾਹਦਾ ਕਾਨੂੰਨ, ਸਾਨੂੰ ਕਿਹੜਾ ਫਾਇਦਾ ਹੋਇਆ? ਬੱਚੇ ਸਾਡੇ ਸਰਕਾਰੀ ਸਕੂਲ 'ਚ ਪੜ੍ਹਦੇ ਨੇ, ਉਹਨਾਂ ਦੀ ਫੀਸਾਂ ਕਿੰਨੀਆਂ ਕਿ ਨੇ, 200-400, ਠੀਕ ਹੈ ਜੀ, ਮੰਨਿਆ ਇਸ ਚੀਜ਼ ਦਾ ਫਾਇਦਾ। ਅੱਛਾ ਇੱਕ ਗੱਲ ਹੋਰ ਦੱਸੋ, ਸਾਨੂੰ ਕੋਈ ਕਰੋਨਾ ਅਸੀਂ ਲੈ ਕੇ ਆਏ ਆ? ਸਰਕਾਰ ਦੀ ਨਲਾਇਕੀਆਂ ਕਰਕੇ ਕਰੋਨਾ ਆਇਆ? ਜੇ ਕਿਤੇ 에ਅਰਪੋਰਟ ਤੇ ਚੈਕਿੰਗਾਂ ਪ੍ਰੋਪਰ ਚੱਲਦੀਆਂ ਰਹਿਣ ਤਾਂ ਸਰਕਾਰ ਨੂੰ ਪਤਾ ਹੋਵੇ ਵੀ ਇਹ ਬਿਮਾਰੀ ਆ ਰਹੀ ਹੈ। ਤੁਸੀਂ ਲੋਕਡਾਊਨ ਲਾਤਾ, ਪਹਿਲਾਂ ਤਾਂ ਲੋਕਡਾਊਨ ਲਾਉਣ ਤੋਂ ਬਾਵਜੂਦ ਵੀ ਤੁਸੀਂ ਪੰਜਾਬ ਦੇ ਬਾਰਡਰਾਂ ਤੇ ਕੋਈ ਸਖਤੀ ਨਹੀਂ ਕੀਤੀ। ਦਿੱਲੀੋਂ ਲੋਕ ਪੇਸ਼ੈਂਟ ਲੈ ਕੇ ਕਰੋਨਾ ਦੇ ਇੱਥੇ ਆਉਂਦੇ ਰਹੇ, ਕਿਉਂਕਿ ਕਰੋਨਾ ਚੱਲਦਾ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੋਵਿਡ ਚੱਲ ਰਿਹਾ, ਤਾਂ ਤੁਸੀਂ ਕਿਉਂ ਬਾਹਰੋਂ ਬੰਦਿਆਂ ਨੂੰ ਆਉਣ ਦੇ ਰਹੇ ਹੋ? ਦਿੱਲੀੋਂ ਪੇਸ਼ੈਂਟ ਇੱਥੇ ਕਿਉਂ ਆ ਰਹੇ ਨੇ? ਉਹ ਇੱਥੇ ਆ ਕੇ ਕੀ ਕਰ ਰਹੇ ਨੇ? ਕਰੋਨਾ ਫੈਲਾ ਰਹੇ ਨੇ। ਪੰਜਾਬ ਸਰਕਾਰ ਇੰਨੀ ਸੁੱਤੀ ਪਈ ਆ, ਉਹਨੂੰ ਪਤਾ ਹੀ ਨਹੀਂ ਵੀ ਦਿੱਲੀੋਂ ਪੇਸ਼ੈਂਟ ਆਏ ਹੋਏ ਨੇ। ਤੁਸੀਂ ਦਿੱਲੀ ਉੱਥੇ ਨਹੀਂ ਉਹਨਾਂ ਕੋਲ ਅਰੇਂਜਮੈਂਟ ਹੈਗਾ ਤਾਂ ਉਹਨਾਂ ਦੀ ਟੈਨਸ਼ਨ ਉਹਨਾਂ ਨੂੰ ਰੱਖਣ ਦਿਓ। ਤੁਸੀਂ ਇੱਥੇ ਆ ਕੇ ਟੈਨਸ਼ਨ ਹੋਰ ਇਹਨਾਂ ਦੀ ਇੱਥੇ ਦੀ ਵਧਾਤੀ ਵੀ ਇੱਥੇ ਆ ਕੇ ਸਖਤੀ ਕਰਤੀ। ਫਿਰ ਤੁਸੀਂ ਅੱਛਾ 12 ਵਜੇ ਤੱਕ ਕੰਮ ਚਲਾਉਂਦੇ ਹੋ, ਠੀਕ ਹੈ ਨਾ, ਮਜ਼ਾ ਆ ਗਈ। ਉਸ ਤੋਂ ਬਾਅਦ ਆਵਾਜਾਈ ਇੰਨੀ ਕੁ ਜ਼ਿਆਦਾ ਖੁੱਲੀ ਆ ਵੀ ਲੋਕ ਮੰਡੀਰਾਂ ਬਣਾ ਕੇ ਚੌਂਕਾਂ 'ਚ ਖੜੇ ਨੇ। ਸੱਥਾਂ ਦਾ ਪਹਿਲਾਂ ਅਸੀਂ ਪਿੰਡਾਂ 'ਚ ਸੁਣਦੇ ਹੁੰਦੇ ਸੀ, ਹੁਣ ਹਰ ਇੱਕ ਮਹੱਲੇ ਦੇ ਚੌਂਕ 'ਚ ਸੱਥ ਬਣਨ ਲੱਗ ਗਈ ਆ। ਜਿਹੜੇ ਵਿਹਲੇ ਮੁੰਡੇ ਨੇ ਕੀ ਕਰਦੇ ਨੇ, ਚੌਂਕਾਂ ਜਾ ਕੇ ਖੜ ਕੇ ਗੱਪਾਂ ਛੱਪਾਂ ਮਾਰਨੀਆਂ, ਖੇਡਣ ਲੱਗ ਜਾਣਾ। ਉਹ ਖੇਡਣ ਨਾਲ ਕਿਹੜਾ ਕਰੋਨਾ ਮੁੱਕ ਜੂਗਾ? ਸਖਤੀ ਕਰਨ ਨਾਲ ਮੁੱਕੂਗਾ ਕਦੀ ਵੀ ਇਦਾਂ। ਪਹਿਲਾਂ ਪਿੰਡਾਂ 'ਚ ਸੱਥਾਂ ਹੁੰਦੀਆਂ ਸੀ, ਹੁਣ ਸ਼ਹਿਰਾਂ ਦੇ ਵਿੱਚ ਚੌਂਕਾਂ 'ਚ ਲੱਗਣ ਲੱਗ ਗਈਆਂ ਨੇ ਨਾ। ਨੌਜਵਾਨ ਹੋਵੇ ਚਾਹੇ ਕੋਈ ਹੋਵੇ, ਕਹਿੰਦਾ ਯਾਰ ਘਰੇ ਬੈਠਿਆ ਵਿਹਲੇ, ਚੱਲ ਗੱਲਾਂ ਹੀ ਕਰ ਲੈਂਦੇ ਆ। ਉਸ ਨਾਲ ਤੁਹਾਨੂੰ ਕੀ ਲੱਗਦਾ ਵੀ ਇਫੈਕਟ ਪੈਣ ਵਾਲਾ ਇਸ ਦੇ ਵਿੱਚ? ਬਿਲਕੁਲ ਪੈਣ ਵਾਲਾ ਜੀ, ਬਿਲਕੁਲ ਪੈਣ ਵਾਲਾ। ਜਦ ਆਪਾਂ ਇੱਕ ਦੂਜੇ ਦੇ ਬੰਦੇ ਨਾਲ ਸੰਪਰਕ 'ਚ ਆਵਾਂਗੇ, ਸਾਨੂੰ ਕੀ ਪਤਾ ਬੰਦਾ ਕਿੱਥੇ ਜਾ ਕੇ ਆਇਆ, ਕਿਸ ਬੰਦੇ ਨੂੰ ਕਿਵੇਂ ਮਿਲਿਆ, ਕਿਸ ਬੰਦੇ ਨੂੰ ਸਾਨੂੰ ਮਿਲ ਰਿਹਾ। ਅਸੀਂ 4 ਬੰਦੇ ਖੜੇ ਹੋ ਗਏ, 4 ਬੰਦੇ ਉਸ ਤੋਂ ਬਾਅਦ ਅਸੀਂ 4 ਨੂੰ ਕਿਹਨੂੰ ਜਾ ਕੇ ਮਿਲਾਂਗੇ? ਜਾਂ ਸਖਤੀ ਹੈ ਨਹੀਂ, ਮਿਲਾਂਗੇ ਟਾਈਮ ਤਾਂ ਪਾਸ ਕਰਨਾ। ਅੱਛਾ ਤੁਹਾਨੂੰ ਕੀ ਲੱਗਦਾ ਵਪਾਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਜਿਹੜੇ ਵਪਾਰੀਆਂ ਨੂੰ ਲਗਾਤਾਰ ਲਾਸ ਹੋ ਰਹੇ ਆ, ਇੱਕ ਤਾਂ ਜਿਹੜੀ ਸੈਲਰੀ ਵੀ ਦੇਣੀ ਹੈ, ਜਿਹੜੇ ਅੰਦਰ ਲੇਬਰ ਕੰਮ ਕਰਦੀ ਪਈ ਆ ਜਾਂ ਕੋਈ EMPLOYEE ਕੰਮ ਕਰਦਾ ਪਿਆ ਵਾ, ਆਪਦੇ ਘਰ ਦੇ ਖਰਚੇ ਵੀ ਕੱਢਣੇ ਨੇ, ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਖਰਚੇ ਨੇ ਉਹ ਵੀ ਕੱਢਣੇ, ਤਾਂ ਕਿੱਦਾਂ ਦੇਖਦੇ ਹੋ? ਦੇਖਣਾ ਕੀ ਹੈ ਜੀ, ਘਰੋਂ ਜੋ ਕਮਾਈ ਕੀਤੀ ਹੋਈ ਸੀ ਪਹਿਲਾਂ ਦੀ ਉਹ ਦਈ ਜਾ ਰਹੇ ਆ, ਕਦ ਤੱਕ? ਇਹਦਾ ਐਂਡ ਕਿੱਥੇ ਹੈ ਜੀ? ਕੋਈ ਸਮਝ ਨਹੀਂ ਆ ਰਹੀ। ਕਿਸ ਤਰ੍ਹਾਂ ਦੀ ਮੰਗ ਕਰਨਾ ਚਾਹੋਗੇ? ਜੇ ਮੰਗ ਕਰੋ ਪ੍ਰਸ਼ਾਸਨ ਨੂੰ, ਸਰਕਾਰ ਵਪਾਰ ਜਿਵੇਂ ਚੱਲਦਾ ਉਵੇਂ ਚੱਲਣ ਦੋ। ਇੱਕ ਦੁਕਾਨਦਾਰੀ ਹੈ, ਜਾਂ ਤਾਂ ਲੋਕਡਾਊਨ ਬਿਲਕੁਲ ਬੰਦ ਹੋ ਜਾਵੇ, ਲੱਗ ਜਾਵੇ ਲੋਕਡਾਊਨ, ਹਰ ਬੰਦਾ ਆਪਣੇ ਘਰ ਜਾ ਕੇ ਬੈਠੇ ਆ, ਇੱਕ ਬੰਦੇ ਨੂੰ ਪਤਾ ਹੋਏਗਾ ਆਪਣੇ ਘਰ ਹੈ, ਸਖਤੀ ਹੋਈ ਹੈ ਜੀ, ਘਟ ਜਾਏਗਾ। ਜੇ ਆਪਾਂ ਦੁਕਾਨ ਦੇ ਸ਼ਟਰ ਬੰਦ ਕਰਕੇ ਬਾਹਰ ਜਾ ਕੇ 4 ਬੰਦੇ ਨਾਲ ਖੜ ਗਏ, ਉਹ 4 ਬੰਦੇ ਕੇ 4 ਬੰਦੇ ਨੇ ਮਿਲ ਲਏ, ਤਾਂ 8 ਜਾਂ 16 ਬੰਦੇ 20 ਬੰਦੇ ਮਿਲ ਲਏ, ਤਾਂ ਇਹ ਕੀ ਫਰਕ ਪੈ ਗਿਆ ਜੀ? ਇਦਾਂ ਚੇਨਾਂ ਨਹੀਂ ਟੁੱਟਣ ਵਾਲੀਆਂ ਹੈਗੀਆਂ। ਜਿਸ ਹਿਸਾਬ ਨਾਲ ਸਰਕਾਰ ਕਰ ਰਹੀ ਹੈ, ਇਦਾਂ ਚੇਨਾਂ ਨਹੀਂ ਟੁੱਟਦੀਆਂ ਹੁੰਦੀਆਂ। ਚੇਨ ਟੁੱਟੂਗੀ, ਚੇਨ ਤੋੜਨ ਨਾਲ ਟੁੱਟੂਗੀ। ਜੇ ਆਪਾਂ ਇਕੱਠ, ਹੁਣ ਮੈਂ ਗੱਲ ਸੁਣੋ, ਮੈਨੂੰ ਛੁੱਟੀ ਹੋ ਗਈ 12 ਵਜੇ, ਮੈਂ ਘਰ ਚਲਾ ਗਿਆ ਜੀ। ਮੈਂ ਹੁਣ ਟਾਈਮ ਪਾਸ 1 ਦਿਨ ਟੀਵੀ ਦੇਖ ਲੂੰਗਾ, 2 ਦਿਨ ਟੀਵੀ ਦੇਖ ਲੂੰਗਾ, ਫਿਰ ਮੈਂ ਯਾਰਾਂ ਦੋਸਤਾਂ ਨੂੰ ਫੋਨ ਮਾਰੂੰਗਾ, ਕਿੱਥੇ ਹੋ ਯਾਰ, ਆਓ ਬੈਠਦੇ ਆ। ਆਪਣੀ ਭੈਣ ਭਰਾਵਾਂ ਨੂੰ ਫੋਨ ਮਾਰਾਂ, ਕਿੱਥੇ ਆ ਯਾਰ, ਆਓ ਬੈਠਦੇ ਆ, ਖਾਣੇ ਪੀਣੇ ਆ। ਉਹ ਕੀ ਹੋਊਗਾ? ਹੁਣ ਮੇਰੀ ਸਿਸਟਰ ਲੁਧਿਆਣੇ ਤੋਂ ਬਾਹਰ ਰਹਿੰਦੀ ਹੈ, ਮੈਂ ਉਹਨੂੰ ਫੋਨ ਮਾਰ ਰਿਹਾ ਵੀ ਭਾਈ ਕੀ ਕਰ ਰਹੇ ਹੋ? ਕਹਿੰਦੀ 2 ਦਿਨ ਵਿਹਲੇ ਹੀ ਆ, ਸੰਡੇ ਸੈਟਰਡੇ ਛੁੱਟੀ ਹੁੰਦੀ ਹੈ। ਉਹ ਕਹਿੰਦੀ ਆਵਾਂ, ਮੈਂ ਕਹਿੰਦਾ ਯਾਰ ਥੋੜੇ ਬੱਚੇ ਤਾਰੇ ਘਰ ਹੈਗੇ ਆ, ਤੁਸੀਂ ਘਰੇ ਰਹੋ, ਸੇਫ ਰਹੋ। ਹੁਣ ਅਸੀਂ ਤਾਂ ਕਹਿ ਲਿਆ, ਕਈ ਕਹਿ ਲੈਣਗੇ, ਸਾਰੇ ਨਹੀਂ ਕਹਿੰਦੇ। ਕੋਈ ਨਹੀਂ ਇੱਦਾਂ ਤਾਂ ਜੀ, ਅਗਲਾ ਕਹਿੰਦਾ ਵੀ ਘਰੇ ਬੈਠੋ, ਅਗਲਾ ਕਹਿੰਦਾ ਹੁਣ ਭੈਣ ਨੇ ਕਹਿਤਾ, ਸਾਨੂੰ ਕੌਣ ਮਨਾ ਕਰ ਦੂਗਾ ਜੀ? ਜਿੰਨਾ ਸਾਡਾ ਘਰ ਆ ਉਹਨਾਂ ਹੀ ਭੈਣ ਦਾ ਘਰ ਆ।
ਉਹ ਸਾਡੇ ਘਰ ਆਉਣ ਨੂੰ ਫਿਰਦੇ, ਅਸੀਂ ਮਨਾ ਨਹੀਂ ਕਰ ਸਕਦੇ। ਮਗਰ ਇੱਕ ਸ਼ਹਿਰ ਬਾਹਰਲੇ ਸ਼ਹਿਰ ਤੋਂ ਬੰਦਾ ਆ ਰਿਹਾ, ਕੋਈ ਨੈਗੇਟਿਵ ਰਿਪੋਰਟ ਦੀ ਇੰਨੀ ਕੋਈ ਸਖਤੀ ਨਹੀਂ ਹੈਗੀ ਜੀ, ਕੁਛ ਨਹੀਂ ਹੈ। ਆਪਾਂ ਜਿੰਨੀ ਮਰਜ਼ੀ ਕਹ ਲਈ ਵੀ ਬਾਰਡਰ 'ਤੇ ਚੈਕਿੰਗ ਹੋ ਰਹੀ ਹੈ, ਸਭ ਆਵਾਜਾਈ ਚੱਲ ਰਹੀ ਹੈ। ਤੁਸੀਂ ਬੱਸ ਸਟੈਂਡ ਦੇ ਪਿੱਛੇ ਸ਼ਾਮ ਨਗਰ ਹੈ ਜੀ, ਉੱਥੇ ਜਾ ਕੇ ਬੱਸਾਂ ਦੇਖ ਲਓ ਕਿੱਦਾਂ ਭਈਆਂ ਦੀ ਭਰ ਕੇ ਜਾਂਦੀ ਹੈ। ਤੁਸੀਂ ਇਹ ਆਪਾਂ ਕਹਿੰਦੇ 50% ਬੰਦੇ, ਮੈਂ ਕਹਿੰਦਾ 1.5% 1.5 ਗੁਣਾ ਬੰਦੇ ਵੱਧ ਕੇ ਜਾ ਰਹੇ ਨੇ। ਮੇਰੇ ਕੱਲ ਦੁਕਾਨ ਦਾ ਮੁੰਡਾ ਇੱਕ ਪਿੰਡ ਗਿਆ, ਕਹਿੰਦਾ ਜੀ ਬਾਊ ਜੀ ਮੈਂ 5 ਦਿਨ ਕੇ ਲਈ ਜਾਣਾ। ਮੈਂ ਕਿਹਾ ਜਾਓ। ਮੈਂ ਕਿਹਾ ਟਿਕਟ ਮਿਲ ਗਈ, ਕਹਿੰਦਾ ਬਾਊ ਜੀ जितनी मर्जी ਬੰਦੇ ले के जाओ, कोई रोक टोक ही नहीं है, कोई सरकार की कुछ सख्ती नहीं है, सिर्फ कहने को है। ਕੱਲ ਵੀ ਆਪਾਂ ਮੈਂ ਇੱਕ ਫੇਸਬੁੱਕ ਤੇ ਦੇਖ ਰਿਹਾ ਸੀਗਾ, ਵੀਡੀਓ ਵਾਇਰਲ ਹੋਈ ਹਾਂ ਆਪਣਾ ਮੰਦੀ ਗੋਬਿੰਦਗੜ੍ਹ ਕੋਲ ਬੱਸਾਂ 2 ਰੋਕੀਆਂ ਨੇ ਤੇ ਉਹ ਦਿਖਾ ਰਹੇ ਨੇ ਵੀ ਕਿੱਦਾਂ ਬੰਦੇ ਭਰੇ ਹੋਏ ਨੇ ਵਿੱਚ। ਕੋਈ ਸਖਤੀ ਕਰਨਾ ਤਾਂ ਸਾਰੇ ਪਾਸੇ ਕਰੋ ਨਾ ਜੀ। ਭਈਆਂ ਨੂੰ ਡੰਡੇ ਮਾਰਤੇ ਚੱਕ ਕੇ, ਜਿਹੜੇ ਲੇਬਰ ਜਾ ਰਹੀ ਆ ਜਾਂ ਕਿਸੇ ਕੋਈ ਜਾ ਰਿਹਾ ਸਕੂਟਰ ਜਾ ਰਿਹਾ, ਪਿੱਛੋਂ ਡੰਡੇ ਮਾਰ ਮਾਰ ਕੇ ਕਹਿੰਦੇ ਜੀ ਕਿਉਂ ਘੁੰਮ ਰਹੇ ਹੋ, ਹਾਈਵੇ ਤੇ ਖਾਲੀ ਮੇਨ ਰੋਡ ਤੇ ਖੜ ਕਰਕੇ ਦੇਖ ਰਹੇ ਹੋ। ਪਿਛਲੇ ਸਾਲ ਸਖਤੀ ਹੋਈ ਸੀਗੀ, ਸਭ ਸਬਰ ਕਰਕੇ ਕਿਉਂ ਬਹਿ ਗਏ ਸੀਗੇ, ਸਭ ਕੋਲ ਬੈਕਅਪ ਸੀਗਾ। ਇਸ ਟਾਈਮ ਬੈਕਅਪ ਨਹੀਂ ਹੈ ਤਾਂ ਲੋਕ ਰੋਡ ਤੇ ਭੱਜ ਰਹੇ ਨੇ। ਪਿਛਲੇ ਸਾਲ ਲੰਗਰ ਲੱਗੇ ਸੀ, ਜਿਹੜੇ ਗਰੀਬ ਸੀ ਸਭ ਖਾਂਦੇ ਸੀਗੇ, ਹੁਣ ਉਹ ਗਰੀਬ ਕਿੱਥੇ ਜਾਣਗੇ। ਹੁਣ ਕਿਸੇ ਫੈਕਟਰੀ ਦੇ ਵਿੱਚ ਜੇ ਕਰੋ 100 ਬੰਦਾ ਕੰਮ ਕਰਦਾ ਤੇ ਉਹ 100 ਬੰਦਾ ਜੇ 10,000 ਰੁਪਏ ਵੀ ਲੈਂਦਾ, ਬਾਊ ਜੀ ਕਿੰਨੀ ਤਨਖਾਹ ਬਣ ਜਾਂਦੀ। ਫੈਕਟਰੀਆਂ ਵਾਲੇ ਕਿੱਥੋਂ ਭਰਨਗੇ, ਕਿਸੇ ਤਰੀਕੇ ਭਰਨਗੇ ਨਾ ਜੀ। ਹੁਣ ਸਾਡੀ ਲਾਈਨ ਆ, ਜਿੱਥੇ ਸਾਨੂੰ ਮਾਲ ਆਂਦਾ, ਉਹ ਕਹਿੰਦਾ ਬਾਊ ਜੀ ਮੈਂ ਬੰਦ ਕਰਕੇ ਬੈਠਾ, ਮੈਂ ਲੇਬਰ ਕਿੱਥੋਂ ਭੁਗਤਾ ਲਾਂਗਾ। ਲੇਬਰ ਜੇ ਮੇਰੇ ਕੋਲ 100 ਬੰਦਾ ਕੰਮ ਕਰਦਾ, ਮੈਂ ਫੈਕਟਰੀ ਦੇ ਵਿੱਚ ਮੇਰੇ ਕੋਲ ਤੁਹਾਡੇ ਤੁਸੀਂ ਅੱਗੇ ਆਰਡਰ ਨਹੀਂ ਦਿੰਦੇ, ਤੁਸੀਂ ਅੱਗੇ ਪੇਮੈਂਟ ਨਹੀਂ ਦਿੰਦੇ, ਕੰਮ ਹੈ ਨਹੀਂ ਜੀ। ਮੈਂ 100 ਬੰਦਿਆਂ ਨੂੰ ਪੇਮੈਂਟ ਕਿੱਥੋਂ ਭੁਗਤਾ ਲਾਂ, ਕਿੱਦਾਂ ਭੁਗਤਾਊਗਾ, ਵੱਟੂਗਾ ਤੇ ਭੁਗਤਾਊਗਾ ਨਾ ਜੀ। ਕੰਮ ਹੈ ਨਹੀਂ। ਮੈਂ 3 ਦਿਨ ਪਹਿਲਾਂ 3 ਦਿਨ ਤੋਂ ਆ ਰਿਹਾ ਜੀ, 100 200 300 100 200 300 400 ਵੱਟ ਕੇ ਜਾ ਰਿਹਾ। ਸਾਡੀ ਲਾਈਨ ਡੀਜ਼ਲ ਲਾਈਨ ਨਾਲ ਕਨੈਕਟਡ ਹੈ, ਮੀਡੀਆ ਲਾਈਨ ਨਾਲ ਕਨੈਕਟਡ ਹੈ, ਕੰਮ ਹੀ ਬੰਦ ਪਏ ਟੋਟਲੀ। ਕੀ ਕਰ ਲਾਂਗੇ ਅਸੀਂ? ਪਿਛਲੇ 1.5 ਸਾਲ ਤੋਂ ਸਬਰ ਦੇ ਘੁੱਟ ਭਰ ਕੇ ਬੈਠੇ ਆ। ਹੁਣ ਲੋਕ ਜੇ ਸਬਰ ਇੰਨਾ ਕਰ ਗਏ ਆ ਤੇ ਇਸ ਸਬਰ ਦਾ ਥੋੜਾ ਬਹੁਤ ਸਰਕਾਰ ਨੂੰ ਧਿਆਨ ਦੇ ਕੇ ਥੋੜੀ ਬਹੁਤ ਰਹਿਤਾਂ ਛੱਡਣੀ ਚਾਹੀਦੀਆਂ ਨੇ। ਬਿਜਲੀ ਦੇ ਬਿੱਲ ਪੂਰੇ ਹਰਿਆਣੇ ਸਸਤੀ ਆ, ਪੰਜਾਬ ਚੰਡੀਗੜ੍ਹ ਸਸਤੀ ਆ, ਦਿੱਲੀ ਸਸਤੀ ਆ, ਪੰਜਾਬ ਮਹਿੰਗੀ ਆ। ਜੰਮੂ ਕਸ਼ਮੀਰ ਹਿਮਾਚਲ ਸਾਰੀ ਸਸਤੀ ਹੈ, ਪੰਜਾਬ 'ਚ ਮਹਿੰਗੀ ਆ। ਹਾਲਾਂਕਿ ਪੰਜਾਬ ਸਪਲਾਈ ਦਿੰਦਾ। ਇਹ ਕੀ ਇਹ ਸਰਕਾਰ ਦੇ ਨਲਾਇਕੀਆਂ ਨਹੀਂ, ਇਹ ਜਨਤਾ ਦੇ ਨਲਾਇਕੀਆਂ। ਉਹ ਸੁੱਤੀ ਪਈ ਆ। ਜੇ ਜਨਤਾ ਜਿੰਨੀ ਹੈ, ਸਰਕਾਰ ਦਾ ਕੁਝ ਵੀ ਨਹੀਂ ਹੈ। ਜੇ ਜਨਤਾ ਚਾਹੇ ਤਾਂ ਸਾਰਾ ਕੁਝ ਕਰਾ ਸਕਦੀ ਹੈ। ਇਹ ਜਨਤਾ ਹੀ ਸੁੱਤੀ ਪਈ ਹੈ, ਜਨਤਾ ਹੀ ਬੇਵਕੂਫ ਹੈ। ਸਰਕਾਰ ਬੇਵਕੂਫ ਨਹੀਂ, ਜਨਤਾ ਬੇਵਕੂਫ ਹੈ। ਬਹੁਤ ਧੰਨਵਾਦ, ਗੱਲਬਾਤ ਕੀਤੀ ਆ। ਔਰ ਹਰੇਕ ਦਾ ਇਹੀ ਕਹਿਣਾ ਹੈ ਕਿ ਸਰਕਾਰ ਨੂੰ ਜੋ ਸਖਤੀਆਂ ਕੀਤੀਆਂ ਗਈਆਂ ਨੇ, ਇਸ ਤੋਂ ਵਧੀਆ ਕਿ ਲੋਕਡਾਊਨ ਲਗਾ ਦੇਣਾ ਚਾਹੀਦਾ। ਹਰੇਕ ਦੇ ਆਪਣੇ ਆਪਣੇ ਵਿਚਾਰ ਨੇ, ਤਾਂ ਅੱਗੇ ਦੇਖਣਾ ਬਣਦਾ ਕਿ ਇਸ ਦੀ ਕਰੋਨਾ ਵਾਇਰਸ ਚੇਨ ਤੋੜਨ ਨੂੰ ਸਰਕਾਰ ਦੇ ਵੱਲੋਂ ਹੋਰ ਕੀ ਸਖਤੀ ਕੀਤੀ ਜਾਂਦੀ ਹੈ, ਹੋਰ ਕੀ ਨਵੀਂ ਜਿਹੜੀ ਗਾਈਡਲਾਈਨ ਜਾਰੀ ਕੀਤੀਆਂ ਜਾਂਦੀਆਂ ਨੇ। ਸੋ ਦੇਰੀ ਅਪਡੇਟ ਸੀ ਜੁੜੇ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਸੁਨੰਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।